ਹੈਲੋ ਸਟੂਡੈਂਟਸ, ਹਿਸਟਰੀ ਥਰਡ ਸਮੈਸਟਰ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਸੈਕਿੰਡ ਯੂਨਿਟ ਚੱਲ ਰਹੀ ਸੀ। ਅੱਜ ਅਸੀਂ ਨਵਾਂ ਕੁਐਸਚਨ ਸ਼ੁਰੂ ਕਰਾਂਗੇ। ਅੱਜ ਦੀ ਕਲਾਸ ਦਾ ਸਾਡਾ ਕੁਐਸਚਨ ਹੈ ਖੇਤੀ ਦੇ ਵਣਜੀਕਰਨ ਦੀ ਵਿਆਖਿਆ ਕਰੋ। ਇਸ ਕੁਐਸਚਨ ਵਿੱਚੋਂ ਛੋਟੇ ਪ੍ਰਸ਼ਨ ਪੁੱਛੇ ਜਾਣਗੇ। ਅਸੀਂ ਇਸ ਕੁਐਸਚਨ ਨੂੰ ਵੱਡੇ ਦੇ ਰੂਪ ਵਿੱਚ ਹੀ ਕਰਾਂਗੇ ਤਾਂ ਕਿ ਜੇਕਰ ਵੱਡਾ ਕੁਐਸਚਨ ਵੀ ਇਹ ਪੁੱਛਿਆ ਜਾਂਦਾ ਹੈ ਤੇ ਸਾਡੇ ਕੋਲ ਇਸ ਦਾ ਆਨਸਰ ਤਿਆਰ ਹੋਵੇ। ਸ਼ੁਰੂ ਕਰਦੇ ਹਾਂ। ਖੇਤੀ ਦੇ ਵਣਜੀਕਰਨ ਦੀ ਵਿਆਖਿਆ ਕਰੋ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਖੇਤੀ ਇੱਥੇ ਦੇ ਲੋਕਾਂ ਦਾ ਮੁੱਖ ਧੰਦਾ ਹੈ। ਅੰਗਰੇਜ਼ੀ ਸ਼ਾਸਨ ਕਾਲ ਤੋਂ ਪਹਿਲਾਂ ਭਾਰਤੀ ਪਿੰਡ ਆਤਮ ਨਿਰਭਰ ਸਨ। ਉਸ ਸਮੇਂ ਕਿਸਾਨ ਕੇਵਲ ਉਹਨਾਂ ਫਸਲਾਂ ਦਾ ਉਤਪਾਦਨ ਕਰਦੇ ਸਨ ਜਿਨ੍ਹਾਂ ਦੀ ਲੋੜ ਉਸ ਦੇ ਪਰਿਵਾਰ ਅਤੇ ਪਿੰਡਾਂ ਦੇ ਲਈ ਜ਼ਰੂਰੀ ਸੀ। ਇਹਨਾਂ ਵਿੱਚ ਕਣਕ, ਜਵਾਰ, ਮੱਕਾ, ਬਾਜਰਾ ਅਤੇ ਚਾਵਲ ਆਦਿ ਮੁੱਖ ਫਸਲਾਂ ਸਨ। ਇਹਨਾਂ ਨੂੰ ਖਾਦਿਆਨ ਫਸਲਾਂ ਕਿਹਾ ਜਾਂਦਾ ਸੀ। ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਬਦਲੀ ਹੋਈ ਪਰਿਸਥਿਤੀਆਂ ਦੇ ਕਾਰਨ ਕਿਸਾਨਾਂ ਨੇ ਖਾਦਿਆਨ ਫਸਲਾਂ ਦੀ ਬਜਾਏ ਨਕਦੀ ਫਸਲਾਂ ਦਾ ਜ਼ਿਆਦਾ ਉਤਪਾਦਨ ਸ਼ੁਰੂ ਕਰ ਦਿੱਤਾ। ਇਹਨਾਂ ਵਿੱਚ ਕਪਾਹ, ਪਟਸਨ, ਗੰਨਾ, ਤਿਲਹਨ, ਅਫੀਮ, ਤੰਬਾਕੂ, ਨੀਲ, ਚਾਹ, ਕੌਫੀ ਅਤੇ ਰਬੜ ਆਦਿ ਮੁੱਖ ਫਸਲਾਂ ਸਨ। ਸਟੂਡੈਂਟਸ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਅਕਸਰ ਪੁੱਛਿਆ ਜਾਂਦਾ ਹੈ ਛੋਟਾ ਪ੍ਰਸ਼ਨ ਕਿ ਕਿਸੇ 4 ਨਕਦੀ ਫਸਲਾਂ ਦੇ ਨਾਂ ਲਿਖੋ। ਇਸ ਦੇ ਨਾਲ ਖੇਤੀ ਦਾ ਵਣਜੀਕਰਨ ਸ਼ੁਰੂ ਹੋਇਆ। ਖੇਤੀ ਦੇ ਵਣਜੀਕਰਨ ਦਾ ਅਰਥ ਖੇਤੀ ਵਿੱਚ ਉਹਨਾਂ ਫਸਲਾਂ ਨੂੰ ਪ੍ਰੋਤਸਾਹਨ ਦੇਣਾ ਸੀ ਜਿਨ੍ਹਾਂ ਨੂੰ ਆਸਾਨੀ ਨਾਲ ਬਾਜ਼ਾਰ ਵਿੱਚ ਵੇਚਣ ਦੇ ਲਈ ਭੇਜਿਆ ਜਾ ਸਕੇ ਅਤੇ ਜਿਸ ਦੇ ਨਾਲ ਤੁਰੰਤ ਨਗਦ ਆਮਦਨ ਪ੍ਰਾਪਤ ਹੋ ਸਕੇ। ਇਹ ਡੈਫੀਨੇਸ਼ਨ ਵੀ ਪ੍ਰੀਖਿਆ ਦੇ ਵਿੱਚ ਪੁੱਛੀ ਜਾਂਦੀ ਹੈ। ਇਸ ਲਈ ਪਹਿਲੇ ਹੀ ਪੈਰਾਗ੍ਰਾਫ ਦੇ ਵਿੱਚ ਸਾਡੇ 2 ਛੋਟੇ ਇੰਪੋਰਟੈਂਟ ਮੋਸਟ ਬਣੇ ਹਨ। ਉਸ ਤੋਂ ਬਾਅਦ ਹੈ ਖੇਤੀ ਦੇ ਵਣਜੀਕਰਨ ਦੇ ਕਾਰਨ। 19ਵੀਂ ਸਦੀ ਦੇ ਮੱਧ ਤੋਂ ਬਾਅਦ ਦੇ ਕਾਲ ਦੇ ਵਿੱਚ ਭਾਰਤ ਵਿਖੇ ਖੇਤੀ ਦੇ ਵਣਜੀਕਰਨ ਦੀ ਸ਼ੁਰੂਆਤ ਹੋਈ। ਇਸ ਦੇ ਲਈ ਇਤਿਹਾਸਕਾਰਾਂ ਨੇ ਅਨੇਕ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਹੈ। ਇਹਨਾਂ ਕਾਰਨਾਂ ਵਿੱਚ ਪਹਿਲਾ ਹੈ ਮੁਦਰਾ ਅਰਥ ਵਿਵਸਥਾ ਦਾ ਪ੍ਰਚਲਨ। 19ਵੀਂ ਸਦੀ ਵਿੱਚ ਖੇਤੀ ਦੇ ਵਣਜੀਕਰਨ ਨੂੰ ਪ੍ਰੋਤਸਾਹਿਤ ਕਰਨ ਵਿੱਚ ਮੁਦਰਾ ਅਰਥ ਵਿਵਸਥਾ ਦੇ ਚੱਲਣ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਬ੍ਰਿਟਿਸ਼ ਸ਼ਾਸਨ ਕਾਲ ਤੋਂ ਪਹਿਲਾਂ ਜ਼ਿਆਦਾਤਰ ਕਿਸਾਨ ਆਪਣਾ ਲਗਾਨ ਫਸਲਾਂ ਦੇ ਰੂਪ ਵਿੱਚ ਜਮ੍ਹਾਂ ਕਰਵਾਉਂਦੇ ਸਨ। ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਕਿਸਾਨਾਂ ਦੇ ਲਈ ਆਪਣਾ ਲਗਾਨ ਨਕਦ ਦੇ ਰੂਪ ਵਿੱਚ ਜਮ੍ਹਾਂ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਕਿਸਾਨਾਂ ਦੇ ਸਾਹਮਣੇ ਨਕਦ ਧਨ ਪ੍ਰਾਪਤ ਕਰਨ ਦੀ ਸਮੱਸਿਆ ਪੈਦਾ ਹੋ ਗਈ। ਉਹਨਾਂ ਨੂੰ ਆਪਣਾ ਲਗਾਨ ਸਮੇਂ 'ਤੇ ਅਤੇ ਨਕਦ ਭੁਗਤਾਨ ਕਰਨਾ ਹੁੰਦਾ ਸੀ। ਅਜਿਹਾ ਨਾ ਕਰ ਸਕਣ ਦੀ ਸਥਿਤੀ ਵਿੱਚ ਉਹਨਾਂ ਨੂੰ ਭੂਮੀ ਤੋਂ ਬੇਦਖਲ ਵੀ ਕਰ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਅਨੇਕ ਜ਼ਰੂਰਤਾਂ ਦੇ ਲਈ ਸਮੇਂ-ਸਮੇਂ 'ਤੇ
ਸਾਹੂਕਾਰਾਂ ਜਾਂ ਮਹਾਜਨਾਂ ਤੋਂ ਕਰਜ਼ ਲੈਣਾ ਪੈਂਦਾ ਸੀ। ਇਸ ਲੈਣ ਦੇਣ ਵਿੱਚ ਮੁਦਰਾ ਦਾ ਪ੍ਰਯੋਗ ਬਹੁਤ ਵੱਧ ਗਿਆ ਸੀ ਅਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਆਪਣੀ ਫਸਲਾਂ ਨੂੰ ਬਾਜ਼ਾਰ ਵਿੱਚ ਵੇਚਣਾ ਪੈਂਦਾ ਸੀ। ਇਸ ਲਈ ਉਹਨਾਂ ਨੇ ਅਜਿਹੀਆਂ ਫਸਲਾਂ ਨੂੰ ਉਗਾਉਣਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਆਸਾਨੀ ਨਾਲ ਵੇਚਿਆ ਜਾ ਸਕੇ। ਇਹ ਸਾਰੀਆਂ ਫਸਲਾਂ ਨਕਦੀ ਫਸਲਾਂ ਸਨ। ਦੂਜਾ ਕਾਰਨ ਹੈ ਆਵਾਜਾਈ ਦੇ ਸਾਧਨਾਂ ਦਾ ਵਿਸਤਾਰ। ਆਵਾਜਾਈ ਸਾਧਨਾਂ ਦੇ ਵਿਸਤਾਰ ਨੇ ਖੇਤੀ ਦੇ ਵਾਣਿਜੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1854 ਈਸਵੀ ਵਿੱਚ ਭਾਰਤ ਵਿੱਚ ਰੇਲਵੇ ਦੀ ਸ਼ੁਰੂਆਤ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਈ। ਰੇਲ ਮਾਰਗ ਦਾ ਤੇਜ਼ੀ ਨਾਲ ਵਿਕਾਸ ਹੋਇਆ। 1857 ਈਸਵੀ ਵਿੱਚ 288 ਮੀਲ ਰੇਲ ਮਾਰਗ ਦਾ ਨਿਰਮਾਣ ਕੀਤਾ ਗਿਆ ਸੀ। ਇਹ 1908 ਈਸਵੀ ਵਿੱਚ ਵੱਧ ਕੇ 30,567 ਮੀਲ ਹੋ ਗਿਆ ਸੀ। ਇਸ ਤੋਂ ਇਲਾਵਾ ਭਾਰਤ ਵਿੱਚ ਅਨੇਕ ਸੜਕ ਮਾਰਗ ਵੀ ਸਥਾਪਿਤ ਕੀਤੇ ਗਏ। ਇਹਨਾਂ ਦੇ ਦੁਆਰਾ ਭਾਰਤ ਦੇ ਵੱਖ-ਵੱਖ ਪਿੰਡਾਂ ਨੂੰ ਨਵੇਂ ਵਪਾਰਿਕ ਨਗਰਾਂ, ਮੰਡੀਆਂ ਅਤੇ ਬੰਦਰਗਾਹਾਂ ਨਾਲ ਜੋੜਿਆ ਗਿਆ। ਇਸ ਕਾਰਨ ਫਸਲਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਣਾ ਆਸਾਨ ਹੋ ਗਿਆ। 1869 ਈਸਵੀ ਵਿੱਚ ਨਹਿਰ ਸਵੇਜ਼ ਦਾ ਖੁੱਲ੍ਹਣਾ ਭਾਰਤ ਦੇ ਖੇਤੀ ਦੇ ਵਾਣਿਜੀਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਸਿੱਧ ਹੋਇਆ। ਇਸ ਨਹਿਰ ਦੇ ਖੁੱਲ੍ਹਣ ਨਾਲ ਇੰਗਲੈਂਡ ਅਤੇ ਭਾਰਤ ਦੇ ਵਿੱਚ 3000 ਮੀਲ ਦੀ ਦੂਰੀ ਘੱਟ ਹੋ ਗਈ ਅਤੇ ਕਲਕੱਤੇ ਤੋਂ ਲੰਦਨ ਤੱਕ ਦੀ ਯਾਤਰਾ 36 ਦਿਨ ਘੱਟ ਹੋ ਗਈ। ਐਸੇ ਸਮੇਂ ਦੇ ਮੱਧ ਜਾਂ ਇਸ ਸਮੇਂ ਹੀ ਭਾਰਤ ਅਤੇ ਇੰਗਲੈਂਡ ਦੇ ਵਿੱਚ ਸਮਾਨ ਲਿਆਉਣ ਅਤੇ ਲੈ ਜਾਣ ਦੇ ਲਈ ਆਧੁਨਿਕ ਜਹਾਜ਼ਾਂ ਦਾ ਪ੍ਰਯੋਗ ਵੀ ਵੱਧ ਗਿਆ। ਇਹਨਾਂ ਜਹਾਜ਼ਾਂ ਦੇ ਕਿਰਾਏ ਵੀ ਪਹਿਲਾਂ ਤੋਂ ਬਜਾਏ ਅੱਧੇ ਤੋਂ ਵੀ ਘੱਟ ਹੋ ਗਏ। ਇਸ ਤਰ੍ਹਾਂ ਆਵਾਜਾਈ ਸਾਧਨਾਂ ਦੇ ਵਿਕਾਸ ਦੇ ਕਾਰਨ ਕਿਸਾਨਾਂ ਦੇ ਲਈ ਆਪਣੀ ਉਪਜ ਨੂੰ ਪਿੰਡਾਂ ਤੋਂ ਮੰਡੀ ਤੱਕ ਲਿਆਉਣਾ ਅਤੇ ਫਿਰ ਮੰਡੀ ਤੋਂ ਦੂਜੇ ਦੇਸ਼ਾਂ ਨੂੰ ਨਿਰਯਾਤ ਕਰਨਾ ਸੌਖਾ ਹੋ ਗਿਆ। ਇਸ ਸਥਿਤੀ ਨੂੰ ਦੇਖਦੇ ਹੋਏ ਪ੍ਰਸਿੱਧ ਇਤਿਹਾਸਕਾਰ SP ਨੰਦਾ ਨੇ ਬਿਲਕੁਲ ਠੀਕ ਹੀ ਕਿਹਾ ਹੈ ਕਿ ਇਹਨਾਂ ਨਵੇਂ ਸਥਾਪਿਤ ਰੇਲ ਮਾਰਗਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਆਪਸ ਵਿੱਚ ਜੋੜਿਆ, ਜਿਸ ਕਾਰਨ ਫਸਲਾਂ ਨੂੰ ਅਧਿਕ ਜਾਂ ਜ਼ਿਆਦਾ ਉਤਪਾਦਨ ਵਾਲੇ ਸਥਾਨ ਤੋਂ ਘੱਟ ਉਤਪਾਦਨ ਵਾਲੇ ਜਾਂ ਕਮੀ ਵਾਲੇ ਖੇਤਰਾਂ ਵਿੱਚ ਪਹੁੰਚਾਇਆ ਜਾ ਸਕਿਆ। ਇਸ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਨੇ ਖੇਤੀ ਦੇ ਵਾਣਿਜੀਕਰਨ ਨੂੰ ਪ੍ਰੋਤਸਾਹਿਤ ਕੀਤਾ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਅਸੀਂ ਨਵਾਂ ਪ੍ਰਸ਼ਨ ਸ਼ੁਰੂ ਕੀਤਾ ਹੈ, ਜਿਸ ਵਿੱਚ ਅਸੀਂ ਖੇਤੀ ਦੇ ਵਾਣਿਜੀਕਰਨ ਦੀ ਪਰਿਭਾਸ਼ਾ ਸਮਝੀ, ਨਗਦੀ ਫਸਲਾਂ ਦੇ ਉਦਾਹਰਣ ਦੇਖੇ ਅਤੇ ਇਸ ਦੇ ਨਾਲ ਹੀ ਭਾਰਤ ਵਿੱਚ ਖੇਤੀ ਦੇ ਵਾਣਿਜੀਕਰਨ ਦੇ ਕਾਰਨਾਂ ਵਿੱਚ ਦੋ ਮੁੱਖ ਕਾਰਨ, ਪਹਿਲਾ ਮੁਦਰਾ ਅਰਥ ਵਿਵਸਥਾ ਦਾ ਚਲਨ ਅਤੇ
ਦੂਜਾ ਆਵਾਜਾਈ ਦੇ ਸਾਧਨਾਂ ਦਾ ਵਿਸਤਾਰ ਦੀ ਚਰਚਾ ਕੀਤੀ। ਅੱਗੇ ਵੀ ਐਸੇ ਕੁਐਸਚਨ ਨੂੰ ਅਸੀਂ ਜਾਰੀ ਰੱਖਾਂਗੇ ਅਤੇ ਵਣਜੀਕਰਨ ਦੇ ਹੋਰ ਕਾਰਨਾਂ ਦੀ ਚਰਚਾ ਕਰਾਂਗੇ। ਤੁਸੀਂ ਨੋਟਸ ਬਣਾਉਂਦੇ ਰਹੋ। ਪ੍ਰਸ਼ਨ ਛੋਟੇ ਰੂਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਪੁੱਛਿਆ ਹੀ ਜਾਂਦਾ ਹੈ, ਪਰੰਤੂ ਵੱਡੇ ਦੇ ਰੂਪ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਇਸ ਲਈ ਅਸੀਂ ਇਸ ਨੂੰ ਵੱਡੇ ਪ੍ਰਸ਼ਨ ਦੇ ਰੂਪ ਵਿੱਚ ਹੀ ਤਿਆਰ ਕਰਾਂਗੇ। ਨੋਟਸ ਤੁਸੀਂ ਜਿਹੜੇ ਹੈ ਉਹ ਮਾਡਰਨ ਦੀ ਕਿਤਾਬ ਵਿੱਚੋਂ ਹੀ ਬਣਾ ਰਹੀਆਂ ਹੋਵਗੀਆਂ, ਇਹ ਜੀ ਮੈਂ ਉਮੀਦ ਕਰਦਾ ਹਾਂ। ਕੱਲ੍ਹ ਐਸੇ ਪ੍ਰਸ਼ਨ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।